आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਨ ਇੱਕ ਦਿਨ ਮਹਿ ਸਭਾ ਮਝਾਰ, ਆਇਓ ਸ਼੍ਰੀ ਹਰਿ ਰਾਏ ਕੁਮਾਰ। ਸਾਦਰ ਬੈਠੇ ਸਭ ਹਿਨ ਮਾਹੂ, ਖੇਲਹਿ ਚੌਪਰ ਚਾਹਿਓ ਸ਼ਾਹੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਗੁਰੂ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾ ਰਹੇ ਹੋ। ਸਤਿਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਦਿੱਲੀ ਵਿੱਚ ਬੇਅੰਤ ਕਰਾਮਾਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਦਿਖਾ ਰਹੇ ਹਨ। ਔਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਵਾਲੇ ਕਾਜੀ, ਮੁਲਾਣੇ, ਈਰਖਾਲੂ, ਮੁਤਸਬੀ ਲੋਕ ਜਿਹੜੇ ਸ਼ਰ੍ਹਾ ਦੀਆਂ ਕੈਦਾਂ ਵਿੱਚ ਜਕੜੇ ਹੋਏ ਹਨ, ਉਹ ਰੋਜ਼ ਕੋਈ ਨਾ ਕੋਈ ਨਵਾਂ ਸ਼ੰਕਾ, ਕੋਈ ਨਾ ਕੋਈ ਸਵਾਲ ਬਾਬਾ ਜੀ 'ਤੇ ਖੜ੍ਹਾ ਕਰ ਦਿੰਦੇ ਹਨ। ਅਤੇ ਕਿਉਂਕਿ ਅੰਦਰ ਉਹਨਾਂ ਦੇ ਬੜੀ ਜੈਲਸ ਹੈ, ਬੜੀ ਈਰਖਾ ਹੈ, ਉਹ ਸਵਾਲ ਸਤਿਗੁਰੂ ਜੀ ਉੱਤੇ ਵੀ ਕਰਦੇ ਹਨ। ਗੁਰੂ ਨਾਨਕ ਦੇਵ ਜੀ ਬਾਰੇ, ਗੁਰਬਾਣੀ ਦੇ ਬਾਰੇ। ਉਹਨਾਂ ਈਰਖਾਲੂ ਲੋਕਾਂ ਨੂੰ ਬਾਬਾ ਰਾਮ ਰਾਏ ਜੀ ਐਸਾ ਉੱਤਰ ਦਿੰਦੇ ਹਨ ਵੀ ਉਹ ਨਿਰਉੱਤਰ ਹੋ ਜਾਂਦੇ ਹਨ, ਜਵਾਬ ਨਹੀਂ ਆਉਂਦਾ, ਫਿਰ ਦੁਬਾਰਾ ਕੁਸਕਣ ਜੋਗੇ ਨਹੀਂ ਰਹਿੰਦੇ। ਇੱਕ ਕਾਜੀ ਨੇ ਬਹੁਤ ਵੱਡਾ ਕਿੰਤੂ ਪਰੰਤੂ ਸਤਿਗੁਰੂ ਜੀ 'ਤੇ ਕੀਤਾ, ਗੁਰੂ ਨਾਨਕ ਦੇਵ ਜੀ ਮਹਾਰਾਜ ਉੱਤੇ। ਕਹਿਣ ਲੱਗਾ ਉਹਨਾਂ ਨੇ ਕੁਫਰ ਕੀਤਾ ਹੈ ਜੋ ਲੋਕਾਂ ਨੂੰ ਕੀਰਤਨ ਕਰਨਾ ਸਿਖਾਇਆ ਹੈ। ਕੀਰਤਨ ਕਰਕੇ ਤਾਂ ਬੰਦੇ ਦਾ ਮਨ ਸ਼ੈਤਾਨ ਹੋ ਜਾਂਦਾ ਹੈ, ਚੰਚਲ ਹੋ ਜਾਂਦਾ ਹੈ। ਸ਼ੈਤਾਨ ਉੱਥੇ ਆ ਕੇ ਵਸ ਜਾਂਦਾ ਜਿੱਥੇ ਕੀਰਤਨ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਥਾਂ ਥਾਂ 'ਤੇ ਕੀਰਤਨ ਦੀ ਮਰਿਆਦਾ ਕਿਉਂ ਸ਼ੁਰੂ ਕੀਤੀ ਹੈ? ਇਹ ਸੁਣ ਕੇ ਬਾਬਾ ਰਾਮ ਰਾਏ ਜੀ ਕਹਿਣ ਲੱਗੇ ਵੀ ਕੀਰਤਨ ਤਾਂ ਅਕਾਲ ਪੁਰਖ ਨਾਲ ਜੁੜਨ ਦਾ ਸਭ ਤੋਂ ਵਧੀਆ ਵਸੀਲਾ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ, ਪਰ ਤੇਰੇ ਵਰਗੇ ਨਿੰਦਕਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਜਿਵੇਂ ਉੱਲੂ ਨੂੰ ਦਿਨ ਵੇਲੇ ਦਿਸਦਾ ਨਹੀਂ, ਰਾਤ ਨੂੰ ਉੱਲੂ ਦੀਆਂ ਅੱਖਾਂ ਕੰਮ ਕਰਦੀਆਂ ਹਨ। ਹਨੇਰੇ 'ਚ ਦੇਖ ਸਕਦਾ ਪਰ ਸਾਰੀ ਦੁਨੀਆ ਚਾਨਣੇ 'ਚ ਦੇਖਦੀ ਹੈ, ਉੱਲੂ ਨਹੀਂ ਦੇਖਦਾ। ਉੱਲੂ ਦੀ ਦ੍ਰਿਸ਼ਟੀ, ਸੰਸਾਰੀ ਲੋਕਾਂ ਦੀ ਦ੍ਰਿਸ਼ਟੀ ਜਿਹੜੀ ਹੈ, ਸੰਸਾਰਗ੍ਰਸਤ ਲੋਕਾਂ ਦੀ, ਉਹ ਪੁੱਠੀ ਹੁੰਦੀ ਹੈ। ਉਹ ਪਰਮੇਸ਼ਰ ਉੱਤੇ, ਗੁਰੂ ਉੱਤੇ ਵੀ ਤਰਕਾਂ ਵਿਤਰਕਾਂ ਕਰਨ ਲੱਗ ਜਾਂਦੇ ਹਨ। ਬਾਬਾ ਰਾਮ ਰਾਏ ਜੀ ਨੇ ਬਚਨ ਕਰਤਾ ਵੀ ਜਿਹੜੀ ਜ਼ੁਬਾਨ ਨਾਲ ਤੂੰ ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਦਾ, ਹੁਣ ਇਹਨਾਂ ਬੋਲ ਨਹੀਂ ਸਕੇਗਾ। ਜ਼ੋਰ ਲਾ ਲਿਆ, ਫਿਰ ਕਾਜੀ ਗੂੰਗਾ ਹੋ ਗਿਆ, ਬੋਲ ਨਹੀਂ ਸਕਿਆ। ਸਾਰੀ ਉਮਰ ਇਸੇ ਤਰ੍ਹਾਂ ਹੀ ਊਂ ਕਰਦਾ ਮਰ ਗਿਆ। ਗੂੰਗਿਆਂ ਦੀ ਤਰ੍ਹਾਂ ਜ਼ਬਾਨ ਚੱਲਣੋਂ ਹਟ ਗਈ ਸੀ। ਸੋ ਇਹ ਬਚਨ ਦਿੱਲੀ 'ਚ ਹੋਏ ਹਨ। ਆਓ ਅੱਗੇ ਕਥਾ ਪ੍ਰੇਮ ਨਾਲ ਸਰਵਣ ਕਰੀਏ। ਮਨ ਬਿਰਤੀਆਂ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਜੋੜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਨ ਇੱਕ ਦਿਨ ਮਹਿ ਸਭਾ ਮਝਾਰ, ਫਿਰ ਇੱਕ ਦਿਨ ਬਾਦਸ਼ਾਹ ਦੀ ਕਚਹਿਰੀ ਵਿੱਚ ਆਇਓ ਸ਼੍ਰੀ ਹਰਿ ਰਾਏ ਕੁਮਾਰ। ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਕਚਹਿਰੀ ਵਿੱਚ ਆਏ ਹਨ। ਸਾਦਰ ਬੈਠੇ ਸਭ ਹਿਨ ਮਾਹੂ। ਜਦੋਂ ਬਾਬਾ ਜੀ ਆਉਂਦੇ ਸਨ, ਬਾਦਸ਼ਾਹ ਬੜੇ ਸਤਿਕਾਰ ਨਾਲ ਬਿਠਾਉਂਦਾ ਸੀ, ਕਿਉਂਕਿ ਬਾਬਾ ਜੀ ਦੀਆਂ ਪ੍ਰਤੱਖ ਕਰਾਮਾਤਾਂ ਦੇਖ ਕੇ ਬਾਦਸ਼ਾਹ ਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਦੇ ਨਾਲ ਕੋਈ ਪੂਰਾ ਪੈ ਨਹੀਂ ਸਕਦਾ। ਬੜੇ ਆਦਰ ਨਾਲ ਬਿਠਾਇਆ ਹੈ। ਬਾਬਾ ਜੀ ਆਪਣੀ ਚੌਂਕੀ 'ਤੇ ਬੈਠ ਗਏ ਹਨ। ਖੇਲਹਿ ਚੌਪਰ ਚਾਹਿਓ ਸ਼ਾਹੂ। ਅੱਜ ਬਾਦਸ਼ਾਹ ਚੌਪੜ ਖੇਡਣਾ ਚਾਹੁੰਦਾ ਹੈ। ਚੌਪੜ ਦੀ ਖੇਡ ਸਾਧ ਸੰਗਤ ਜੀ ਹਿੰਦੁਸਤਾਨ ਵਿੱਚ ਬੜੀ ਪੁਰਾਣੀ ਖੇਡ ਹੈ। ਇਹ ਬਾਦਸ਼ਾਹ ਖੇਡਣਾ ਚਾਹੁੰਦਾ ਹੈ। ਮਹਿਦ ਖਿਲਾਰੀ ਨਿਕਟ ਬੁਲਾਏ। ਬਾਦਸ਼ਾਹ ਨੇ ਚੌਪੜ ਦੇ ਖਿਡਾਰੀ ਜਿਹੜੇ ਬੜੇ ਬੜੇ ਵਿਦਵਾਨ ਕਹਾਉਂਦੇ ਹਨ, ਕਿਉਂਕਿ ਚੌਪੜ ਅਤੇ ਸ਼ਤਰੰਜ, ਜਿਸ ਨੂੰ ਚੈਸ ਕਹਿੰਦੇ ਹਨ ਅੱਜ ਕੱਲ੍ਹ, ਇਹੋ ਜਿਹੀਆਂ ਗੇਮਾਂ ਹਨ ਵੀ ਕਈ ਸਾਲ ਵੀ ਕਹਿੰਦੇ ਚੱਲਦੀਆਂ ਰਹਿੰਦੀਆਂ ਹਨ। ਬੜੇ ਬੜੇ ਵਿਦਵਾਨ ਲੋਕ ਆਪਣੇ ਆਪਣੇ ਦਿਮਾਗ ਦੇ ਨਾਲ ਇਹ ਖੇਡਾਂ ਖੇਡਦੇ ਹਨ। ਚੌਪੜ ਦੀ ਖੇਡਣ ਵਾਲੇ
ਜਿਹੜੇ ਵੱਡੇ ਖਿਡਾਰੀ ਸਨ ਬਾਦਸ਼ਾਹ ਨੇ ਆਪਣੇ ਕੋਲ ਸੱਦ ਲਏ ਹਨ। ਸਭ ਤੇ ਜਿਤ ਹੈ ਜੇ ਦਾਵ ਲਗਾਏ। ਬਾਦਸ਼ਾਹ ਦੇ ਸਾਹਮਣੇ ਬੈਠ ਗਏ ਹਨ, ਸਾਰੇ ਦਾ ਪੇਚ ਕਰਦੇ ਹਨ। ਹਮ ਤੁਮ ਖੇਲ ਹੈ ਸਤਿਗੁਰ ਨੰਦ। ਤੇ ਬਾਬਾ ਰਾਮ ਰਾਏ ਜੀ ਨੂੰ ਬਾਦਸ਼ਾਹ ਕਹਿਣ ਲੱਗਾ, ਬਾਬਾ ਜੀ ਆਓ ਆਪਾਂ ਅੱਜ ਖੇਡੀਏ, ਸ਼ਤਰੰਜ ਖੇਡੀਏ, ਚੌਪੜ ਖੇਡੀਏ। ਦਾਵ ਲਗਾਏ ਲਗਾਏ ਬਿਲੰਦ। ਆਪੋ ਆਪਣੇ ਦਾ ਲਾਈਏ। ਤੁਸੀਂ ਵੀ ਆਪਣੀ ਵਿੱਦਿਆ ਦਾ ਪ੍ਰਗਟਾਵਾ ਕਰੋ। ਸੁਣਿਆ ਵੀ ਤੁਸੀਂ ਵੀ ਸ਼ਤਰੰਜ ਖੇਡ ਲੈਂਦੇ ਹੋ। ਤੁਹਾਡੇ ਪੜਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਵੀ ਕਹਿੰਦੇ ਬੜੇ ਵੱਡੇ ਖਿਡਾਰੀ ਸਨ। ਤੇ ਆਓ ਤੁਸੀਂ ਮੇਰੇ ਨਾਲ ਖੇਡੋ। ਸਨਮੁਖ ਗੁਰਸਤ ਔਰ ਪਤਸ਼ਾਹੂ। ਬਾਬਾ ਰਾਮ ਰਾਏ ਜੀ ਬਾਦਸ਼ਾਹ ਦੇ ਸਾਹਮਣੇ ਬੈਠ ਗਏ ਹਨ। ਆਨ ਵਿਛਾਇਓ ਚੰਪਰ ਮਾਹੂ। ਤੇ ਵਿੱਚ ਦੋਵਾਂ ਦੇ ਵਿਚਕਾਰ ਚੌਪੜ ਵਾਲਾ ਕੱਪੜਾ ਵਿਛਾਇਆ ਗਿਆ ਹੈ। 16 ਨਰਦਰੋ ਪਾਸੇ 3। 16 ਨਰਦਾਂ ਤੇ 3 ਪਾਸੇ ਜਿਹੜੇ ਡਾਲੇ ਹੁੰਦੇ ਹਨ ਸੁੱਟਣ ਵਾਸਤੇ। ਲੱਗ ਜਵਾਹਰ ਕੰਚਨ ਭੀਨ। ਡਾਲੇ ਸੋਨੇ ਦੇ ਹਨ, ਵਿੱਚ ਉਹਨਾਂ ਦੇ ਹੀਰੇ ਮੋਤੀ ਜਵਾਹਰਾਤ ਜੜੇ ਹੋਏ ਹਨ। ਅਤ ਸੁੰਦਰ ਜੋ ਕਰੇ ਬਨਾਵਨ। ਬਾਦਸ਼ਾਹ ਦੇ ਸ਼ਤਰੰਜ ਦਾ ਜਾਂ ਬਾਦਸ਼ਾਹ ਦੇ ਚੌਪੜ ਦਾ ਬਣਾਵ ਵੱਖਰਾ ਹੀ ਹੈ। ਕਹਿੰਦੇ ਬੜੇ ਹੀ ਸੁੰਦਰ ਡਾਲੇ ਬਣਾਏ ਹੋਏ ਨੇ, ਵਿੱਚ ਚੂਨਾ ਪੰਨੇ ਸਬਜ਼ੇ ਹੀਰੇ ਮੋਤੀ ਜੜੇ ਹੋਏ ਹਨ। ਚੌਪਰ ਚਾਰੋ ਦਿਸ਼ਾ ਸੁਹਾਵਨ। ਔਰ ਚੌਪੜ ਦੇ 4 ਪਾਸੇ ਪਲੜੇ ਹਨ, ਸੋਭਾ ਪਾਰੇ ਬੜੇ ਸੁੰਦਰ ਹਨ। ਪ੍ਰਥਮ ਗਲਾਹ ਲਗਾਇਓ ਸ਼ਾਹੂ। ਪ੍ਰਥਮ ਗਲਾਹ ਲਗਾਇਓ ਸ਼ਾਹੂ। ਪਹਿਲੇ ਹੀ ਬਾਜੀ ਬਾਦਸ਼ਾਹ ਨੇ ਲਾਈ ਹੈ। ਧਰਦੀ ਨਾਰ 1000 ਸਮਾਹੂ। 1000 ਰੁਪਈਆ ਰੱਖ ਦਿੱਤਾ। ਕਹਿੰਦਾ ਬਾਜੀ ਇੱਥੇ ਪੈਸੇ ਲਾਣੇ ਆ। ਕਹਿੰਦਾ ਬਾਬਾ ਜੀ ਕਹਿੰਦੇ ਵੀ ਅਸੀਂ ਜੂਆ ਖੇਡਣ ਤਾਂ ਨਹੀਂ ਆਏ, ਪਰ ਤੇਰੀ ਬਾਜੀ ਖੇਡ ਲਵਾਂਗੇ। ਬਾਦਸ਼ਾਹ ਕਹਿੰਦਾ ਜੀ ਖੇਡਣ ਦਾ ਮਜ਼ਾ ਤਾਂ ਹੀ ਆਉਂਦਾ ਜੇ ਕੁਛ ਲਾਈਏ ਤਾਂ, ਕਿਉਂਕਿ ਇਹ ਜਿਹੜੇ ਰਾਜੇ ਮਹਾਰਾਜੇ ਹੁੰਦੇ ਆ ਇਹਨਾਂ ਦਾ ਸਾਧ ਸੰਗਤ ਜੀ ਮਨ ਕਿਤੇ ਟਿਕਦਾ ਨਹੀਂ। ਮਨ ਮਾਇਆ ਦੇ ਵਿੱਚ ਹੀ ਘੁੰਮਦਾ ਰਹਿੰਦਾ ਹੈ। ਮਾਇਆ ਦੇ ਪਦਾਰਥ ਜਿੱਤਣੇ ਹਾਰਨੇ ਇੱਥੇ ਹੀ ਬਸ ਸਾਰਾ ਜੀਵਨ ਲਾ ਦਿੰਦੇ ਹਨ। ਸੋ ਬਾਦਸ਼ਾਹ ਨੇ 1000 ਸੋਨੇ ਦੀਆਂ ਮੋਹਰਾਂ ਲਾ ਦਿੱਤੀਆਂ ਹਨ। ਪਾਸੇ ਲੱਗੇ ਗੇਰ ਬੇਦੋ। ਬਾਬਾ ਰਾਮ ਰਾਏ ਜੀ ਅਤੇ ਬਾਦਸ਼ਾਹ ਆਮਣੇ ਸਾਹਮਣੇ ਪਾਸੇ ਗੇਰਨ ਲੱਗੇ ਹਨ, ਡਾਲੇ ਸੁੱਟਣ ਲੱਗੇ ਹਨ। ਕਹੇ ਗੁਰੂ ਸੁਤ ਪਰ ਹੈ ਸੋਈ। ਬਾਬਾ ਜੀ ਕਹਿੰਦੇ, ਬਾਬਾ ਰਾਮ ਰਾਏ ਜੀ ਜਿਹੜਾ ਪਾਸਾ ਬਾਬਾ ਜੀ ਸੁੱਟਣਾ ਚਾਹੁੰਦੇ ਉਹੀ ਨਿਕਲ ਆਉਂਦਾ। ਜੇ ਬਾਬਾ ਜੀ 3 ਕਹਿੰਦੇ ਤੇ 3 ਆ ਜਾਂਦਾ, ਜੇ ਬਾਬਾ ਜੀ 4 ਕਹਿੰਦੇ ਫਿਰ 4 ਆ ਜਾਂਦਾ, ਜੇ 6 ਕਹਿੰਦੇ 6 ਆ ਜਾਂਦਾ। ਜਿੰਨੇ ਬਾਬਾ ਜੀ ਬੋਲਦੇ ਓਨੇ ਹੀ ਸਾਧ ਸੰਗਤ ਜੀ ਪਾਸੇ ਦੇ ਉੱਤੇ ਉਹ ਡਾਲੇ ਦੇ ਉੱਤੇ ਆ ਜਾਂਦੇ ਹਨ। ਨਰਦ ਚਹਿ ਮਾਰੀ ਤਿਸ ਮਾਰ ਹੈ। ਜਿਹੜੀ ਨਰਦ ਬਾਬਾ ਜੀ ਮਾਰਨੀ ਚਾਹੁੰਦੇ ਉਹੀ 16 ਨਰਦਾਂ ਚੋਂ ਮਾਰ ਲੈਂਦੇ ਹਨ। ਜੋ ਚਹਿ ਰੱਖਨ ਤਿਸ ਹੈ ਉਬਾਰ ਹੈ। ਤੇ ਜਿਹਨੂੰ ਬਾਬਾ ਰਾਮ ਰਾਏ ਜੀ ਰੱਖਣਾ ਚਾਹੁੰਦੇ ਉਹਨੂੰ ਬਚਾ ਲੈਂਦੇ ਹਨ। ਇਮਨਿਜ 8 ਨਰਦ ਪਕਾਈ। ਏਦਾਂ ਬਾਬੇ ਰਾਮ ਰਾਏ ਜੀ ਨੇ ਆਪਣੀਆਂ 8 ਨਰਦਾਂ ਪੱਕੀਆਂ ਕਰ ਲਈਆਂ। ਘਰ ਅੰਤਰ ਬਰ ਸਗਲ ਪੁਗਾਈ। ਤੇ ਆਪਣੇ ਘਰ 'ਚ ਪਹੁੰਚ ਗਏ। ਅਖੀਰਲਾ ਜਿਹੜਾ ਘਰ ਹੁੰਦਾ ਨਾ 16 ਨਰਦਾਂ ਤੋਂ ਬਾਅਦ ਉੱਥੇ ਪਹੁੰਚਣਾ ਹੁੰਦਾ ਹੈ। 8 ਨਰਦਾਂ ਬਾਬਾ ਜੀ ਨੇ ਆਪਣੀਆਂ ਪੂਰੀਆਂ ਕਰ ਲਈਆਂ ਤੇ ਟਿਕਾਣੇ ਚਿਰ ਪਹੁੰਚਾ ਦਿੱਤੀਆਂ ਆਪਣੇ ਘਰ ਵਿੱਚ। ਕਾਚੀ ਨਰਦ ਸ਼ਾਹ ਕੀ ਪਾਛੇ। ਪਿੱਛੇ ਬਾਦਸ਼ਾਹ ਦੀਆਂ ਕੱਚੀਆਂ ਰਹਿ ਗਈਆਂ 8 ਨਰਦਾਂ। ਲਈ ਦਿਨਾਰ ਜੀਤ ਕਰ ਆਛੇ। ਉਹ ਬਾਬਾ ਜੀ ਨੇ ਸਾਰੀਆਂ ਕੱਚੀਆਂ ਕਰਕੇ ਬਾਦਸ਼ਾਹ ਨੇ ਜਿਹੜੀ ਸ਼ਰਤ ਲਾਈ ਸੀ ਉਹ ਜਿੱਤ ਲਈ ਹੈ। ਚੱਪਿਓ ਸ਼ਾਹ ਪੁਨ ਜਗਮ 1000। ਕਹਿੰਦੇ ਬਾਦਸ਼ਾਹ ਨੂੰ ਇਸ ਗੱਲ ਦਾ ਬੜਾ ਗੁੱਸਾ ਚੜ ਗਿਆ। ਬਾਦਸ਼ਾਹ ਚਿੱਪ ਖਾ ਗਿਆ ਵੀ ਮੇਰੀ ਬਾਬੇ ਰਾਮ ਰਾਏ ਨੇ ਹਰਾਤਾ ਮੈਨੂੰ, ਮੇਰੀ ਤਾਂ ਬੇਇੱਜ਼ਤੀ ਹੋ ਗਈ ਹੈ। ਚਿੜੇ ਹੋਏ ਬਾਦਸ਼ਾਹ ਨੇ ਪਹਿਲੇ ਨਾਲੋਂ ਦੁੱਗਣਾ ਮੁੱਲ ਪਾਤਾ ਵੀ 2000 ਦੀ ਸ਼ਰਤ ਲਾਤੀ। ਪਹਿਲਾਂ 1000 ਦੀ ਸੀ, ਬਾਬਾ ਜੀ ਨੇ ਜਿੱਤ ਲਈ ਤੇ ਕਹਿੰਦਾ ਦੁਬਾਰਾ ਫੇਰ ਲਾਵਾਂਗੇ। ਬਾਬਾ ਜੀ ਕਹਿੰਦੇ ਛੱਡ ਬਾਦਸ਼ਾਹ, ਇਹ ਜੂਆ ਖੇਡਣ ਵਿੱਚ ਸਾਨੂੰ ਕਿਉਂ ਫਸਾਈ ਜਾਂਦਾ। ਕਹਿੰਦਾ ਨਹੀਂ ਬਾਬਾ ਜੀ ਤੁਹਾਡੇ ਨਾਲ ਖੇਡਣ ਦਾ ਮਜ਼ਾ ਬੜਾ ਆਉਂਦਾ ਹੈ। ਤੇ ਬਾਦਸ਼ਾਹ ਨੇ ਆਪਣੇ ਕੋਲੋਂ ਆਪਣੀ ਮਰਜ਼ੀ ਨਾਲ ਹੀ 2000 ਦੀ ਸ਼ਰਤ ਕਹਿ ਦਿੱਤੀ ਹੈ। ਧਰ ਕਰ ਪਾਸੇ ਕਹੋ ਧਰ ਡਾਰ। ਕਹਿੰਦੇ ਪਾਸੇ ਪਰੇ ਧਰ ਕੇ ਡਾਲੇ ਸੁੱਟੇ ਹਨ। ਪੁਨ ਗੁਰ ਨੰਦਨ ਦੇਤ ਰੁੜਾਈ। ਬਾਬਾ ਜੀ ਏਦਾਂ ਹੱਥ ਦੇ ਵਿੱਚ ਲੈ ਕੇ ਡਾਲੇ ਰੋੜ ਦਿੰਦੇ ਹਨ। ਜਗ ਅੰਨ ਹੈ ਕਰ ਲਓ ਪਹੁੰਚਾਈ। ਕਹਿੰਦੇ 2
ਘਰ ਆ ਜਾਂਦੇ ਤੇ 2 ਘਰਾਂ 'ਚ ਅੱਗੇ ਨਰਦ ਚਲੀ ਜਾਂਦੀ ਹੈ। ਸ਼ਾਹ ਫੂਟ ਕਰ ਨਰਦ ਚਲਾਵੈ, ਤੇ ਬਾਦਸ਼ਾਹ ਨਰਦਾਂ ਵਿੱਚੋਂ ਪਾੜ ਕੇ ਚਲਾਉਂਦਾ, ਉਹਦੀਆਂ ਫੁੱਟ ਜਾਂਦੀਆਂ, ਕੱਚੀਆਂ ਰਹਿ ਜਾਂਦੀਆਂ ਹਨ। ਪਹੁੰਚ ਦੂਰ ਤੇ ਤਿਸ ਕੋ ਘਾਵੈ, ਬਾਬਾ ਜੀ ਦੀ ਨਰਦ ਉਹਦੀ ਨਰਦ ਨੂੰ ਮਾਰ ਲੈਂਦੀ ਹੈ। ਡਲ ਗੇਰਨ ਕੀ ਵਿਦਿਆ ਜੇਤੀ, ਜਿਹੜੀ ਡਾਲੇ ਪਾਸੇ ਸੁੱਟਣ ਦੀ ਵਿਦਿਆ ਹੈ। ਸ਼ਾਹ ਰਹਿਓ ਪਚ ਕੇ ਕਰ ਤੇਤੀ, ਬਾਦਸ਼ਾਹ ਨੇ ਸਾਰਾ ਜ਼ੋਰ ਲਾਇਆ ਆਪਣੇ ਵੱਲੋਂ ਡਾਲੇ ਸੁੱਟਣ ਦਾ, ਪਰ ਉਹਦਾ ਡਾਲਾ ਟਿਕਾਣੇ ਨਹੀਂ ਪਹੁੰਚਦਾ। ਤੇ ਬਾਬਾ ਜੀ ਜਦੋਂ ਵੀ ਡਾਲਾ ਸੁੱਟਦੇ ਨੇ ਟਿਕਾਣੇ ਤੇ ਕਈ ਘਰ ਮਾਰ ਲੈਂਦੇ ਹਨ। ਸਤਿਗੁਰ ਸੁਤ ਉਚਰਤ ਸੋ ਆਵੈ, ਤੇ ਬਾਬਾ ਰਾਮ ਰਾਏ ਜੀ ਜਿਹੜਾ ਵੀ ਕਹਿੰਦੇ ਨੇ ਓਨੇ ਹੀ ਨੰਬਰ ਦਾ ਡਾਲਾ ਆ ਜਾਂਦਾ। ਜੇ ਬਾਬਾ ਜੀ 2 ਕਹਿੰਦੇ ਤੇ 2, ਜੇ 4 ਕਹਿੰਦੇ 4, 6 ਕਹਿੰਦੇ 6, ਇਸ ਤਰ੍ਹਾਂ ਬਾਬਾ ਜੀ ਦੇ ਹਿਸਾਬ ਨਾਲ ਹੀ ਪਾਸੇ ਆਉਂਦੇ ਹਨ। ਚਹਿਓ ਦਾਵ ਨਾ ਰੰਗ ਨਹਿ ਪਾਵੈ, ਕਹਿੰਦੇ ਬਾਦਸ਼ਾਹ ਚਾਹੁੰਦਾ ਹੈ ਦਾ ਲਾਣਾ, ਪਰ ਬਾਬਾ ਰਾਮ ਰਾਏ ਜੀ ਨੂੰ ਹਰਾ ਨਹੀਂ ਸਕਦਾ। ਦਵਸ ਹੰਸਰ ਪੀ ਜੀਤ ਲਈ ਹੈ, 2000 ਮੋਹਰਾਂ ਜਿਹੜੀਆਂ ਬਾਦਸ਼ਾਹ ਨੇ ਦੂਜੇ ਦਾਅ ਤੇ ਲਾਈਆਂ ਸੀ, ਉਹ ਵੀ ਬਾਬਾ ਰਾਮ ਰਾਏ ਜੀ ਨੇ ਜਿੱਤ ਲਈਆਂ ਹਨ। ਸ਼ਾਹ ਚਪ ਹੈ ਪੁਨ ਹਾਰ ਭਈ ਹੈ, ਤੇ ਬਾਦਸ਼ਾਹ ਦੀ ਹਾਰ ਹੋ ਗਈ ਤੇ ਬਾਦਸ਼ਾਹ ਬੜੀ ਚਿੱਪ ਖਾਂਦਾ ਹੈ, ਗੁੱਸਾ ਮਹਿਸੂਸ ਕਰਦਾ। ਹਿੰਦੁਸਤਾਨ ਦਾ ਬਾਦਸ਼ਾਹ ਹੈ, ਕੋਈ ਮਾੜਾ ਮੋਟਾ ਬੰਦਾ ਵੀ ਹੋਵੇ ਹੰਕਾਰ ਤਾਂ ਉਹਦੇ ਵਿੱਚ ਵੀ ਹੁੰਦਾ ਹੈ। ਆਪਣੀ ਹਾਰ ਮੰਨਣ ਨੂੰ ਕੋਈ ਰਾਜੀ ਨਹੀਂ ਹੁੰਦਾ। ਪਰ ਸਾਧ ਸੰਗਤ ਜੀ, ਇਹ ਗੁਰਸਿੱਖੀ ਦਾ ਹੀ ਮਾਰਗ ਹੈ। ਜਿੱਥੇ ਹਾਰ ਚੱਲੇ ਗੁਰਮੁਖ ਜਗ ਜੀਤਾ। ਜਿਹੜੇ ਹਾਰ ਜਾਂਦੇ ਉਹ ਜਿੱਤ ਜਾਂਦੇ, ਜਿਹੜੇ ਜਿੱਤਦੇ ਉਹ ਹਾਰ ਜਾਂਦੇ। ਸੰਸਾਰੀ ਲੋਕ ਜਿੱਤਣ ਦੀ ਕੋਸ਼ਿਸ਼ ਕਰਦੇ, ਹਾਰ ਜਾਂਦੇ ਆ। ਗੁਰਮੁਖਾਂ ਨੇ ਪਹਿਲਾਂ ਹੀ ਹਾਰ ਮੰਨੀ ਹੁੰਦੀ ਹੈ, ਉਹ ਜਿੱਤ ਜਾਂਦੇ। ਬਾਬਾ ਰਾਮ ਰਾਏ ਜੀ ਨੂੰ ਹਰਾਉਣ ਦੀ ਕੋਸ਼ਿਸ਼ ਬੜੀ ਕੀਤੀ। ਬਾਬੇ ਰਾਮ ਰਾਏ ਨਾਲ ਬੜੀਆਂ ਚਾਲਾਂ ਚੱਲੀਆਂ ਔਰੰਗਜ਼ੇਬ ਨੇ, ਪਰ ਉਹ ਬਾਬਾ ਜੀ ਨੂੰ ਹਰਾ ਨਹੀਂ ਸਕਿਆ। 3000 ਪੁਨ ਧਰ ਦੀਨਾਰ, ਤੀਜੀ ਵਾਰੀ ਤੀਜੀ ਬਾਜੀ ਫੇਰ ਔਰੰਗੇ ਨੇ ਲਾਤੀ। ਕਹਿਣ ਲੱਗਾ ਐਤਕੀ 3000 ਦੀ ਬਾਜੀ ਹੈ, ਮੈਂ 3000 ਦੀ ਮੋਹਰ ਦੀ ਬਾਜੀ ਲਾਂਦਾ ਹਾਂ। ਲੱਗੇ ਖੇਲ ਬੇ ਪਾਸੇ ਡਾਰ, ਫੇਰ ਖੇਡਣ ਲੱਗ ਪਏ। ਬਾਬਾ ਰਾਮ ਰਾਏ ਤੇ ਔਰੰਗਜ਼ੇਬ ਆਮਣੇ ਸਾਹਮਣੇ ਬੈਠੇ ਨੇ ਤੇ ਬਾਬਾ ਜੀ ਪਾਸਾ ਸੁੱਟਦੇ ਹਨ ਤੇ ਬਾਦਸ਼ਾਹ ਨੂੰ ਹਰਾ ਦਿੰਦੇ ਹਨ। ਦਾਵ ਤੀਸਰੋ ਪ੍ਰਥਮ ਸਮਾਨ, ਜਦੋਂ ਤੀਜਾ ਦਾਅ ਚੱਲਿਆ, ਤੀਜੀ ਗੇਮ ਚੱਲੀ ਹੈ, 2 ਜਿਵੇਂ ਪਹਿਲਾਂ ਜਿੱਤੀਆਂ ਸਨ, ਜੀਤ ਲੀਨ ਕਰ ਕਹਿ ਤਿਸਹਾਨ। ਇਹ ਤੀਜੀ ਬਾਜੀ ਵੀ ਬਾਬਾ ਰਾਮ ਰਾਏ ਜੀ ਨੇ ਜਿੱਤ ਲਈ ਹੈ ਤੇ ਬਾਦਸ਼ਾਹ ਨੂੰ ਹਰਾ ਦਿੱਤਾ ਹੈ। ਖਸ਼ਟ ਸਹੰਸਰ ਜੀਤ ਜਬ ਲਈ, 6000 ਮੋਹਰ ਵੀ ਬਾਬਾ ਜੀ ਨੇ ਜਿੱਤ ਲਈ ਹੈ। 1000 ਪਹਿਲੀ ਬਾਜੀ ਦੀ, 2000 ਦੂਜੀ ਬਾਜੀ ਦੀ, 3000 ਤੀਜੀ ਬਾਜੀ ਦੀ ਸੀ। 6000 ਮੋਹਰਾਂ ਬਾਬਾ ਜੀ ਦੇ ਹਿੱਸੇ ਆ ਗਈਆਂ ਹਨ। ਅਦਕ ਸ਼ਾਹ ਕੇ ਮਨ ਚਪ ਭਈ, ਬਾਦਸ਼ਾਹ ਨੂੰ ਬੜੀ ਭਾਰੀ ਨਮੋਸ਼ੀ ਹੋਈ ਹੈ, ਬੜਾ ਗੁੱਸਾ ਵੀ ਚੜਿਆ ਹੈ, ਚਿੱਪ ਚੜ ਗਈ ਹੈ ਵੀ ਹੈਂ ਮੇਰੀ ਹਰ ਵਾਰੀ ਹਾਰ ਹੀ ਕਰੀ ਜੇਗਾ ਬਾਬਾ, ਮੈਨੂੰ ਹਰਾਈ ਜਾਂਦਾ ਹੈ। ਬਹਰੋ ਖਸ਼ਟ 1000 ਲਗਾਈ, ਬਾਦਸ਼ਾਹ ਨੇ ਫਿਰ 6000 ਮੋਹਰਾਂ ਦੀ ਬਾਜੀ ਲਾਈ ਹੈ। ਚਿਤੋ ਬੇਰ ਇੱਕ ਜਿੱਤੀ ਹਰਾਈ, ਜਿੰਨੀਆਂ ਪਹਿਲਾਂ ਸਾਧ ਸੰਗਤ ਜੀ ਇਹਨੇ ਜਿੱਤਣ ਦੀ ਹਰਾਈਆਂ ਸਨ ਮੋਹਰਾਂ, ਉਹਨੇ ਦੀ ਬਾਜੀ ਤਾਂ ਲਾਈ ਹੈ ਵੀ ਜੇ ਮੈਂ ਜਿੱਤ ਗਿਆ ਤੇ ਮੇਰੇ ਗਏ 6000 ਤਾਂ ਵਾਪਸ ਆ ਜਾਣਗੇ ਨਾ। ਪਹਿਲਾਂ ਦੇ ਬੈਠਾ ਤੇ ਫਿਰ ਮਨ ਵਿੱਚ ਗੁੱਸਾ ਖਾ ਕੇ ਵਾਪਸ ਲੈਣ ਦੇ ਲਈ ਚੌਥੀ ਬਾਜੀ ਲਾ ਦਿੱਤੀ। ਸਕਲ ਖਿਲਾਰੀ ਕਰਤ ਸਹਾਏ, ਜਿੰਨੇ ਵੀ ਬਾਦਸ਼ਾਹ ਦੇ ਕੋਲ ਖਿਡਾਰੀ ਸਨ, ਜਿਹੜੇ ਬੜੇ ਚੰਗੇ ਚੌਪੜ ਦੇ ਖਿਡਾਰੀ ਸਨ, ਉਹ ਬਾਦਸ਼ਾਹ ਦੀ ਮਦਦ ਕਰ ਰਹੇ ਨੇ, ਉਹਦੀ ਸਹਾਇਤਾ ਕਰ ਰਹੇ ਨੇ। ਨਹਿ ਕਿਸ ਕੋ ਇੱਕ ਚਲਹਿ ਉਪਾਏ, ਪਰ ਉਹ ਸਾਰੇ ਵੀ ਬਾਦਸ਼ਾਹ ਨੂੰ ਜਿਤਾ ਨਹੀਂ ਸਕਦੇ। ਕੋਸ਼ਿਸ਼ ਕਰ ਰਹੇ ਨੇ ਪਰ ਕਿਸੇ ਦਾ ਕੋਈ ਜਦਾ, ਕਿਸੇ ਦੀ ਕੋਈ ਮਦਦ ਬਾਦਸ਼ਾਹ ਦੇ ਕੰਮ ਨਹੀਂ ਆ ਰਹੀ। ਬਾਬੇ ਰਾਮ ਰਾਏ ਦੇ ਸਾਹਮਣੇ ਔਰੰਗਜ਼ੇਬ ਹਾਰੀ ਜਾਂਦਾ ਹੈ, ਵਾਰ-ਵਾਰ ਹਾਰੀ ਜਾਂਦਾ ਹੈ। ਚਹੈ ਸੋ ਦਾਵ ਭਰੇ ਨਹਿ ਸੋਈ, ਬਾਦਸ਼ਾਹ ਜਿਹੜੇ ਦਾਅ ਪਾਣੇ ਚਾਹੁੰਦਾ ਉਹ ਪੈਂਦੇ ਹੀ ਨਹੀਂ। ਡਾਲੇ ਵੀ ਸੁੱਟਦਾ ਹੈ, ਆਪਣੇ ਵੱਲੋਂ ਬੜੀ ਸਿਆਣਪ ਦੇ ਨਾਲ ਪਾਸਾ ਢਾਲਦਾ ਹੈ, ਪਰ ਪਾਸਾ ਉਸ ਤਰ੍ਹਾਂ ਢਲਦਾ ਨਹੀਂ ਜਿਵੇਂ ਬਾਦਸ਼ਾਹ ਚਾਹੁੰਦਾ ਹੈ। ਜਿਵੇਂ ਬਾਬਾ ਰਾਮ ਰਾਏ ਜੀ ਚਾਹੁੰਦੇ ਨੇ ਉਹ ਮਿੰਟ 'ਚ ਹੀ ਹੋ ਜਾਂਦਾ ਹੈ। ਬੈਠੇ ਕਨੇ ਕਰੇ ਕਿਆ ਕੋਈ, ਕਹਿੰਦੇ ਬਾਦਸ਼ਾਹ ਦੇ ਨਾਲ ਉਹਦੀ ਮਦਦ ਕਰਨ ਵਾਲੇ ਬੜੇ ਬੜੇ ਤਗੜੇ ਖਿਡਾਰੀ ਬੈਠੇ ਨੇ,
ਜਿਹੜੇ ਬਾਦਸ਼ਾਹ ਵੱਲੋਂ ਬੜੀਆਂ ਬਾਦਸ਼ਾਹ ਨੂੰ ਸਲਾਹਾਂ ਦਿੰਦੇ ਨੇ, ਇੱਦਾਂ ਕਰੋ ਬਾਦਸ਼ਾਹ ਸਲਾਮਤ, ਤੁਸੀਂ ਇੱਦਾਂ ਕਰੋ, ਤੁਸੀਂ ਇੱਦਾਂ ਕਰੋ। ਇੱਧਰ ਬਾਬਾ ਰਾਮ ਰਾਏ ਜੀ ਇਕੱਲੇ ਹਨ ਅਤੇ ਬਾਦਸ਼ਾਹ ਦੀ ਮਦਦ 'ਤੇ ਬੜੇ ਬੜੇ ਖਿਡਾਰੀ ਬੈਠੇ ਹਨ। ਪਰ ਬਾਬਾ ਰਾਮ ਰਾਏ ਜੀ ਉਹਨਾਂ ਸਾਰਿਆਂ ਖਿਡਾਰੀਆਂ ਦੇ ਦਿਮਾਗ ਨੂੰ ਚਕਰਿਤ ਕਰੀ ਜਾਂਦੇ, ਹਰਾਈ ਜਾਂਦੇ ਹਨ। ਰਹੀ ਤਬੈਪੀ ਨਰਦ ਪਿਛਾਰੀ। ਕਹਿੰਦੇ ਬਾਦਸ਼ਾਹ ਦੀਆਂ ਸਾਰੀਆਂ ਹੀ ਨਰਦਾਂ ਜਿਹੜੀਆਂ ਪਿੱਛੇ ਰਹਿ ਗਈਆਂ ਅਤੇ ਬਾਬਾ ਜੀ ਦੀਆਂ ਨਰਦਾਂ ਆਪਣੇ ਘਰ ਪਹੁੰਚ ਗਈਆਂ। ਰਚੇ ਉਪਾਏ ਗਇਓ ਪੁਨਹਾਰੀ। ਸਾਰੇ ਉਪਾਅ ਕਰਕੇ, ਸਾਰੇ ਹੀਲੇ ਕਰਕੇ ਬਾਦਸ਼ਾਹ ਹਾਰ ਗਿਆ ਹੈ। ਰਹੇ ਉਪਾਏ ਕਰਤ ਬਹੁਤੇਰਾ। ਬੜਾ ਯਤਨ ਕਰਦੇ ਰਹੇ ਖਿਡਾਰੀ, ਬਾਦਸ਼ਾਹ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਰਹੇ ਵੀ ਬਾਦਸ਼ਾਹ ਨੂੰ ਜਿਤਾ ਦਈਏ, ਬਾਦਸ਼ਾਹ ਦੀ ਇੱਜ਼ਤ ਰਹਿ ਜਾਵੇ। ਪਰ ਸਾਰੇ ਖਿਡਾਰੀ ਜ਼ੋਰ ਲਾ ਕੇ ਵੀ ਬਾਦਸ਼ਾਹ ਦੀ ਮਦਦ ਨਹੀਂ ਕਰ ਸਕੇ। ਨਹੀਂ ਦਾਵ ਪਾਸੇ ਛੁਬਗੇਰਾ। ਕਹਿੰਦੇ ਜਿਹੜੇ ਦਾਅ 'ਤੇ ਉਹ ਲਿਆਉਣਾ ਚਾਹੁੰਦੇ ਸੀ ਉੱਥੇ ਬਾਬਾ ਰਾਮ ਰਾਏ ਨੂੰ ਨਹੀਂ ਘੇਰ ਸਕੇ। ਭਾਵ ਬਾਬਾ ਜੀ ਨੂੰ ਹਰਾਉਣ ਦੀ ਕੋਸ਼ਿਸ਼ ਇਹਨਾਂ ਸਾਰਿਆਂ ਨੇ ਬੜੀ ਕੀਤੀ ਹੈ, ਪਰ ਬਾਬਾ ਰਾਮ ਰਾਏ ਜੀ ਕਿਸੇ ਤੋਂ ਹਾਰ ਮੰਨਣ ਵਾਲੇ ਨਹੀਂ, ਕਿਸੇ ਤੋਂ ਹਾਰਨ ਵਾਲੇ ਨਹੀਂ। ਜਿਨ੍ਹਾਂ ਨੇ ਹਰਾਉਣ ਦੀ ਕੋਸ਼ਿਸ਼ ਕੀਤੀ ਉਹ ਆਪ ਹਾਰ ਗਏ ਹਨ। ਦੋਹਰਾ 10 ਅਰ 2 ਹੰਸਰ ਕੋ। ਸਾਧ ਸੰਗਤ ਜੀ, 12,000 ਮੋਹਰਾਂ ਬਾਦਸ਼ਾਹ ਨੇ ਹਰਾ ਦਿੱਤੀਆਂ। 1,000 ਪਹਿਲਾਂ, 2,000 ਦੂਜੀ ਵਾਰੀ, 3,000 ਫਿਰ ਲਾਈਆਂ ਤੀਜੀ ਵਾਰੀ। ਕਿੰਨੀਆਂ ਹੋ ਗਈਆਂ? 6,000। ਚੌਥੀ ਵਾਰੀ ਉਹਨੇ 6,000 ਇਕੱਠੀਆਂ ਲਾਤੀਆਂ ਵੀ ਮੇਰੀਆਂ ਵਾਪਸ ਆ ਜਾਣ 6,000, ਉਹ ਵੀ ਗਈਆਂ। ਇੱਦਾਂ 12,000 ਮੋਹਰਾਂ ਬਾਦਸ਼ਾਹ ਅੱਜ ਹਾਰ ਗਿਆ ਹੈ ਬਾਬਾ ਜੀ ਦੇ ਸਾਹਮਣੇ। ਇਮਦੀ ਨਾਰ ਹਰਾਏ। ਇੱਦਾਂ ਸਾਧ ਸੰਗਤ ਜੀ ਦਿਨਾਰ ਸੋਨੇ ਦੀਆਂ ਮੋਹਰਾਂ ਹਰਾਈਆਂ ਹਨ ਔਰੰਗੇ ਨੇ। ਪੁੰਨ ਨਿਵਾਜ ਕੋ ਸਮੋ ਲਖ। ਹੁਣ ਨਮਾਜ਼ ਦਾ ਟਾਈਮ ਹੋ ਗਿਆ। ਜੇ ਨਮਾਜ਼ ਦਾ ਟਾਈਮ ਨਾ ਹੁੰਦਾ ਤਾਂ ਭਾਵੇਂ ਚੌਥੀ ਪੰਜਵੀਂ ਬਾਜੀ ਫੇਰ ਲਾ ਲੈਂਦਾ, ਕਿਉਂਕਿ ਜੁਆਰੀਆਂ ਨੂੰ ਵੀ ਬੜਾ ਭਾਰੀ ਭੈੜਾ ਭੁੱਸ ਹੁੰਦਾ ਹੈ। ਇਹ ਜੁਆਰੀ ਕਹਿੰਦੇ ਆ ਵੀ ਕਿਸੇ ਜੁਆਰੀ ਦੀ ਮਾਂ ਮਰਨ ਵਾਲੀ ਸੀ ਅਤੇ ਉਹ ਜੂਆ ਖੇਡ ਰਿਹਾ ਸੀ। ਕਿਸੇ ਨੇ ਆਖਿਆ ਤੇਰੀ ਮਾਂ ਅਖੀਰਲੇ ਸਵਾਸਾਂ 'ਤੇ ਹੈ, ਜਲ ਕੇ ਮਾਤਾ ਦੇ ਦਰਸ਼ਨ ਕਰ ਲੈ। ਕਹਿੰਦਾ ਬਸ ਇੱਕ ਬਾਜੀ ਲਾ ਕੇ ਆਇਆ। ਉਹ ਬਾਜੀ ਲਾਉਂਦਿਆਂ ਲਾਉਂਦਿਆਂ ਮਾਂ ਮਰ ਗਈ। ਉਹਨਾਂ ਨੇ ਆ ਕੇ ਸੁਨੇਹਾ ਦਿੱਤਾ ਵੀ ਮਾਤਾ ਤਾਂ ਤੇਰੀ ਗੁਜ਼ਰ ਗਈ ਹੈ। ਕਹਿੰਦਾ ਚਲੋ ਤੁਸੀਂ ਉਹਨੂੰ ਇਸ਼ਨਾਨ ਪਾਣੀ ਕਰਾਓ ਅਤੇ ਮੈਂ ਆਇਆ, ਉਹ ਮੈਂ ਬਾਜੀ ਲਾ ਲਵਾਂ। ਉਹ ਬਾਜੀ ਲਾਉਂਦਾ ਰਿਹਾ। ਉਹਨਾਂ ਨੇ ਨਵਾ ਧਵਾ ਕੇ ਕੱਪੜੇ ਵੀ ਮਾਤਾ ਦੇ ਬਦਲ ਦਿੱਤੇ, ਉਹਦਾ ਬਿਬਾਨ ਵੀ ਸਜਾ ਲਿਆ। ਫਿਰ ਉਹਨਾਂ ਨੇ ਆਖਿਆ ਵੀ ਹੁਣ ਤਾਂ ਬਿਬਾਨ ਤਿਆਰ ਹੈ, ਹੁਣ ਤੇ ਆ ਜਾ ਸੰਸਕਾਰ ਕਰਨ ਚੱਲੀਏ। ਕਹਿੰਦਾ ਤੁਸੀਂ ਉੱਥੋਂ ਲੈ ਕੇ ਮੜੀਆਂ ਵੱਲ ਚੱਲੋ ਅਤੇ ਮੈਂ ਬਾਜੀ ਲਾ ਕੇ ਆਇਆ। ਉਹ ਜਦੋਂ ਮੜੀਆਂ ਤੱਕ ਪਹੁੰਚੇ ਅਤੇ ਮਸੀਂ ਉਹਦੀ ਬਾਜੀ ਮੁੱਕੀ ਅਤੇ ਪਤਾ ਨਹੀਂ ਕਿਵੇਂ ਔਖੇ ਸੌਖੇ ਹੋ ਕੇ ਮਾਂ ਨੂੰ ਲਾਂਬੂ ਲਾ ਕੇ ਫਿਰ ਬਾਜੀ ਖੇਡਣ ਲੱਗ ਪਿਆ। ਇਹ ਜੁਆਰੀਆਂ ਦੀ ਤਾਂ ਇਹੋ ਜਿਹੀ ਹਾਲਤ ਹੁੰਦੀ ਹੈ। ਮਹਾਰਾਜ ਦੀ ਬਾਣੀ 'ਚ ਬਚਨ ਆਉਂਦਾ, ਜੁਆਰੀ ਜੂਏ ਮੈਂ ਚੀਤ। ਜੁਆਰੀਆਂ ਦਾ ਜੂਏ ਵਿੱਚ ਚਿੱਤ ਹੁੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੀ ਬਾਣੀ 'ਚ ਲਿਖਿਆ, ਸਭ ਤੇ ਜਗ ਜੂਆ ਬੁਰੋ। ਸੰਸਾਰ 'ਚ ਸਭ ਤੋਂ ਭੈੜੀ ਬਿਮਾਰੀ ਜੂਏ ਦੀ ਹੈ। ਵੈਸੇ ਤਾਂ ਐਬ ਹੋਰ ਵੀ ਬੜੇ ਨੇ, ਚੋਰੀ, ਯਾਰੀ, ਠੱਗੀ, ਬੇਈਮਾਨੀ, ਸ਼ਰਾਬ, ਕਬਾਬ, ਕਈ ਤਰ੍ਹਾਂ ਦੇ ਬੰਦੇ ਨੂੰ ਐਬ ਹੁੰਦੇ ਨੇ, ਪਰ ਜੂਏ ਦਾ ਐਬ ਭੈੜਾ ਹੁੰਦਾ ਹੈ। ਘਰ-ਬਾਰ ਸਭ ਬਰਬਾਦ ਕਰ ਦਿੰਦਾ ਹੈ। ਪਾਂਡਵਾਂ ਨੇ ਸਾਰਾ ਕੁਝ ਜੂਏ 'ਚ ਹੀ ਹਰਾ ਲਿਆ, ਆਪਣੀ ਰਾਣੀ ਵੀ ਹਰਾ ਲਈ, ਪਤਨੀ ਵੀ ਹਰਾ ਲਈ, ਹੋਰ ਕੀ ਰਹਿ ਗਿਆ ਪਿੱਛੇ। ਸੋ ਇਹ ਜੂਏ ਦੀ ਇਹੋ ਜਿਹੀ ਲੱਤ ਹੈ, ਵੱਡੇ ਵੱਡੇ ਬੰਦਿਆਂ ਦਾ ਦਿਮਾਗ ਖਰਾਬ ਕਰ ਦਿੰਦੀ ਹੈ। ਬਾਦਸ਼ਾਹ ਚੌਥੀ ਪੰਜਵੀਂ ਵਾਰੀ ਵੀ ਹਾਰ ਗਿਆ ਬਾਬਾ ਜੀ ਦੇ ਨਾਲ ਜੂਆ ਖੇਡ ਕੇ। ਹਾਲਾਂਕਿ ਬਾਬਾ ਜੀ ਤਾਂ ਕਹਿੰਦੇ ਵੀ ਨਾ ਭਾਈ ਸਾਡਾ ਕੰਮ ਨਹੀਂ, ਅਸੀਂ ਨਾ ਇਹ ਪੈਸਾ ਲੈਣਾ, ਨਾ ਸਾਨੂੰ ਸ਼ਰਤ 'ਤੇ, ਨਾ ਬਾਬਾ ਜੀ ਨੇ ਕੋਈ ਸ਼ਰਤ ਲਾਈ। ਉਹ ਬਾਦਸ਼ਾਹ ਆਪ ਹੀ ਲਾਉਂਦਾ ਸੀਗਾ। ਬਾਬਾ ਜੀ ਦਾ ਉੱਦਾਂ ਖੇਡ ਖੇਡਣੀ ਹੋਰ ਗੱਲ ਹੈ। ਉਹ ਇੱਕ ਤਰ੍ਹਾਂ ਦੀ ਦਿਮਾਗੀ ਕਸਰਤ ਹੈ। ਸ਼ਤਰੰਜ ਹੋਵੇ, ਚੌਪੜ ਹੋਵੇ, ਇਹ ਇੱਕ ਵਿੱਦਿਆ ਹੈ। ਇਹਦੇ ਵਿੱਚੋਂ ਜੰਗ ਯੁੱਧ ਦੀ ਵਿੱਦਿਆ ਵੀ ਇਹਦੇ ਵਿੱਚੋਂ ਨਿਕਲਦੀ ਹੈ। ਜਿਹੜੀ ਰਾਜਨੀਤੀ ਹੈ, ਰਣਨੀਤੀ ਹੈ, ਉਹਦੇ ਵਿੱਚ ਦਿਮਾਗ ਨੂੰ ਤਿੱਖਾ ਕਰਨ ਵਾਲੀ ਖੇਡ ਹੈ। ਪਰ ਪੈਸੇ ਲਾ ਕੇ ਖੇਡਣਾ ਕਿਸੇ ਵੀ ਖੇਡ ਨੂੰ, ਜੂਆ ਇਕੱਲਾ ਸ਼ਤਰੰਜ 'ਤੇ ਜਾਂ ਚੌਪੜ 'ਤੇ ਨਹੀਂ ਖੇਡਦੇ। ਜੂਆ ਸਾਧ ਸੰਗਤ ਜੀ ਅੱਜ ਕੱਲ੍ਹ ਹਰ ਚੀਜ਼ 'ਤੇ ਹੁੰਦਾ। ਆ ਜਿਹੜੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ, ਇਹ 'ਤੇ ਵੀ ਲੋਕ ਲਾ ਦਿੰਦੇ ਆ ਬਾਜੀ। ਜੇ ਫਲਾਣਾ ਪਹਿਲਵਾਨ ਜਿੱਤ ਗਿਆ ਤਾਂ ਮੈਂ ਇਹਨੇ
ਦਿਆਂਗਾ, ਤੇ ਜੇ ਉਹ ਹਾਰ ਜਿੱਤ ਗਿਆ ਤੇ ਫਿਰ ਮੈਂ ਇੰਨੇ ਲਾਵਾਂਗਾ। ਇੱਦਾਂ ਵੀ ਹੁੰਦਾ। ਤੋ ਸਾਧ ਸੰਗਤ ਜੀ, ਬਾਦਸ਼ਾਹ ਹਾਰ ਗਿਆ, ਨਮਾਜ਼ ਦਾ ਟਾਈਮ ਹੋ ਗਿਆ ਤਾਂ ਉੱਠਿਆ। ਜੇ ਕਿਤੇ ਨਮਾਜ਼ ਨਾ ਪੜ੍ਹਨੀ ਹੁੰਦੀ ਸ਼ਾਇਦ ਇੱਕ ਦੋ ਬਾਜ਼ੀਆਂ ਹੋਰ ਲਾ ਲੈਂਦਾ। ਹਾਂਜੀ, ਉਠਿਓ ਸ਼ਾਹ ਪਛਤਾਏ। ਬਾਦਸ਼ਾਹ ਜਦੋਂ ਇਸ ਤਰ੍ਹਾਂ 12,000 ਮੋਹਰਾਂ ਵੀ ਹਾਰ ਗਿਆ ਤੇ ਸ਼ਰਮਿੰਦਾ ਵੀ ਬੜਾ ਹੋਇਆ, ਤੇ ਹੁਣ ਨਮਾਜ਼ ਦਾ ਬਹਾਨਾ ਕਰਕੇ ਉੱਠਿਆ ਹੈ, ਵਿੱਚੋਂ ਦੁਖੀ ਬੜਾ ਹੋਇਆ ਹੈ। ਜੀਤ ਮੋਹਰ ਨਿਜ ਸੰਗ ਲੈ। ਬਾਬਾ ਜੀ ਜਿੱਤ ਗਏ ਹਨ ਤੇ ਮੋਹਰਾਂ ਲੈ ਕੇ ਆਇਓ ਹੋ ਸਿਵਰ ਮਝਾਰ। ਆਪਣੇ ਡੇਰੇ 'ਚ ਆ ਗਏ ਹਨ। ਸਕਲ ਸਭਾ ਬਿਸਮਤ ਰਹੀ। ਸਾਰੀ ਬਾਦਸ਼ਾਹ ਦੀ ਕਚਹਿਰੀ ਹੈਰਾਨ, ਬਈ ਅਸੀਂ ਬਾਦਸ਼ਾਹ ਨੂੰ ਜਿਤਾ ਨਹੀਂ ਸਕੇ, ਅਸੀਂ ਬਾਦਸ਼ਾਹ ਦੀ ਮਦਦ ਨਹੀਂ ਕਰ ਸਕੇ। ਇੱਕ ਛੋਟਾ ਜਿਹਾ ਮੁੰਡਾ, ਥੋੜ੍ਹੀ ਉਮਰ ਦਾ, ਬਾਬਾ ਰਾਮ ਰਾਏ ਜੀ ਬਾਦਸ਼ਾਹ ਨਾਲੋਂ ਬਹੁਤ ਛੋਟੀ ਉਮਰ ਦੇ ਸਨ, ਕਿਉਂਕਿ ਜਿਹੜਾ ਬਾਦਸ਼ਾਹ ਸੀ ਉਹਦਾ ਜਨਮ 1618 ਵਿੱਚ ਹੋਇਆ ਸੀਗਾ, ਤੇ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ 1630 'ਚ ਹੋਇਆ ਸੀ। ਤੇ ਬਾਬਾ ਰਾਮ ਰਾਏ ਜੀ ਉਹਨਾਂ ਦੇ ਅੱਗੋਂ ਪੁੱਤਰ ਹਨ। ਬਾਦਸ਼ਾਹ ਤਾਂ ਗੁਰੂ ਸਾਹਿਬ ਹਰਿਰਾਏ ਸਾਹਿਬ ਤੋਂ ਵੀ 12 ਸਾਲ ਉਮਰ 'ਚ ਵੱਡਾ ਹੈ, ਪਿਤਾ ਜੀ ਨਾਲੋਂ ਵੀ ਵੱਡਾ। ਇਸ ਕਰਕੇ ਬਾਬਾ ਜੀ ਦਾ ਤੇ ਬਾਦਸ਼ਾਹ ਦੀ ਉਮਰ ਦਾ ਬਹੁਤ ਲੰਮਾ ਚੌੜਾ ਫਰਕ ਹੈ। ਬਾਬਾ ਜੀ 13, 14, 15 ਸਾਲ ਦੇ ਨੇ ਤੇ ਬਾਦਸ਼ਾਹ 40, 45 ਸਾਲ ਦਾ ਹੈ। ਪਰ ਬਾਬਾ ਜੀ ਦੇ ਸਾਹਮਣੇ ਹਾਰ ਗਿਆ ਔਰੰਗਾ, ਇਸ ਕਰਕੇ ਮਨ ਵਿੱਚ ਬੜੀ ਨਮੋਸ਼ੀ ਹੋਈ, ਤੇ ਗਲਤੀ ਵੀ ਉਹਦੀ ਆਪਣੀ ਹੈ। ਆਪ ਹੀ ਉਹਨੇ ਕਿਹਾ ਸੀ ਬਾਜੀ ਲਾਣੀ, ਬਾਬਾ ਜੀ ਤਾਂ ਕਹਿੰਦੇ ਅਸੀਂ ਲਾਉਂਦੇ ਹੀ ਨਹੀਂ, ਅਸੀਂ ਤਾਂ ਇਹ ਖੇਡਾਂ 'ਚ ਪੈਂਦੇ ਹੀ ਨਹੀਂ। ਪਰ ਜਦੋਂ ਕੋਈ ਵੰਗਾਰ ਹੀ ਦਵੇ ਵੀ ਆਓ ਖੇਡੋ, ਜ਼ਰੂਰੀ ਹੈ, ਫਿਰ ਬਚਨ ਮੰਨਣਾ ਪੈਂਦਾ ਹੈ। ਪਰ ਬਾਬਾ ਜੀ ਦੇ ਸਾਹਮਣੇ ਔਰੰਗੇ ਦੀ ਹਾਰ ਹੋਈ ਹੈ, ਜਿੱਤ ਨਹੀਂ ਸਕਿਆ। ਰਹੀ ਸ਼ਾਹ ਕੀ ਹਾਰ। ਬਾਦਸ਼ਾਹ ਦੀ ਹਾਰ ਹੋ ਗਈ। ਕਵ ਸੰਤੋਖ ਸਿੰਘ ਸਭ ਨਹੀਂ। ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਇਸ ਕਥਾ ਨੂੰ ਇੱਥੇ ਲਿਖਦੇ ਹਨ। ਲਖਿਓ ਨਾ ਇਨ ਸਮਾਨ। ਕਹਿੰਦੇ ਸਾਰਿਆਂ ਨੂੰ, ਜਿੰਨੇ ਵੀ ਦਰਬਾਰੀ ਸਨ, ਸਾਰਿਆਂ ਨੂੰ ਪਤਾ ਲੱਗ ਗਿਆ ਵੀ ਬਾਬੇ ਰਾਮ ਰਾਏ ਵਰਗਾ ਕੋਈ ਸਾਡੇ 'ਚ ਹੈ ਨਹੀਂ। ਉਹਨਾਂ ਨੂੰ ਅੰਦਰੋਂ ਮਹਿਸੂਸ ਹੋ ਗਿਆ। ਕਾਜ਼ੀਆਂ ਨੂੰ, ਮੁਲਾਣਿਆਂ ਨੂੰ, ਪੀਰਾਂ ਫਕੀਰਾਂ ਨੂੰ, ਬਾਦਸ਼ਾਹ ਦੇ ਜਿੰਨੇ ਦਰਬਾਰੀ ਸੀਗੇ, ਉਹਨਾਂ ਸਾਰਿਆਂ ਨੂੰ ਇੰਨਾ ਕੁ ਅਹਿਸਾਸ ਤਾਂ ਹੋ ਗਿਆ ਵੀ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ, ਗੁਰੂ ਦੇ ਪੁੱਤਰ ਬਾਬੇ ਰਾਮ ਰਾਏ ਨੂੰ ਅਸੀਂ ਮਾਤ ਨਹੀਂ ਦੇ ਸਕਦੇ, ਹਰਾ ਨਹੀਂ ਸਕਦੇ। ਅਰਾ ਬਜਾ ਕੋ ਨਹਿਲ ਹੈ। ਜਿਹੜਾ ਵੀ ਇਹਨਾਂ ਦੇ ਨਾਲ ਅੜੇਗਾ ਸੋ ਝੜ ਜਾਏਗਾ। ਜਿੱਤ ਇਹਨਾਂ ਨਾਲ ਸਕਦਾ ਨਹੀਂ ਕੋਈ, ਕਿਉਂਕਿ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਜਿਨ੍ਹਾਂ ਦੇ ਵੱਲ ਹੋਵੇ ਉਹ ਕਦੀ ਹਾਰਦੇ ਨਹੀਂ ਹੁੰਦੇ। ਜਿਸ ਦੇ ਕਰਤਾ ਵੱਲ ਸੋ ਕਦੇ ਨਾ ਹਾਰਦਾ। ਜਿਹਦੇ ਵੱਲ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਹੱਥ ਹੈ, ਉਹ ਕਦੀ ਹਾਰ ਨਹੀਂ ਸਕਦਾ। ਸਭ ਹੀ ਰੀਤ ਮਹਾਨ। ਸਭ ਤਰ੍ਹਾਂ ਨਾਲ ਗੁਰੂ ਨਾਨਕ ਦਾ ਘਰ ਮਹਾਨ ਹੈ, ਤੇ ਬਾਬਾ ਰਾਮ ਰਾਏ ਜੀ ਨੂੰ ਗੁਰੂ ਘਰ ਦਾ ਥਾਪੜਾ ਹੈ। ਜਿਹਦੇ ਤੇ ਗੁਰੂ ਦਾ ਥਾਪੜਾ ਹੋਵੇ, ਉਹਦੀ ਹਰ ਮੈਦਾਨ ਫਤਿਹ ਹੁੰਦੀ ਹੈ। ਦੋਹਰਾ ਸ਼੍ਰੀ ਸਤਿਗੁਰ ਨੰਦਨ ਤਹਾ। ਸੋ ਬਾਬਾ ਰਾਮ ਰਾਏ ਜੀ ਨੇ ਉੱਥੇ ਦਿੱਲੀ ਦੇ ਵਿੱਚ ਬਸਿਓ ਸਮੋ ਵਿਸਾਲ। ਬੜੇ ਕੌਤਕ ਕੀਤੇ ਹਨ। ਰੋਜ਼ ਮਜਨੂ ਦੇ ਟਿੱਲੇ ਤੇ ਦੀਵਾਨ ਵੀ ਸਜਾਉਂਦੇ ਸਨ। ਸਵੇਰੇ ਗੁਰਬਾਣੀ ਦੀ ਆਸਾ ਦੀ ਵਾਰ ਦੀ ਚੌਂਕੀ ਲੱਗਦੀ ਸੀ, ਕਥਾ ਹੁੰਦੀ ਸੀ, ਗੁਰਬਾਣੀ ਦਾ ਨਿਤਨੇਮ ਸੰਗਤਾਂ ਕਰਦੀਆਂ ਰਹਿੰਦੀਆਂ। ਕੋਈ ਸੁਖਮਨੀ ਸਾਹਿਬ ਦਾ ਪਾਠ ਕਰੇ, ਕੋਈ ਜਪਜੀ ਸਾਹਿਬ ਦਾ, ਕੋਈ ਦੱਖਣੀ ਓਂਕਾਰ ਦਾ, ਕੋਈ ਹੋਰ ਗੁਰਬਾਣੀ ਦੇ ਕੀਰਤਨ ਭਜਨ ਨਾਲ ਜੁੜੇ ਰਹਿੰਦੇ। ਸ਼ਾਮ ਨੂੰ ਵੀ ਰਹਿਰਾਸ ਦਾ ਪਾਠ ਹੁੰਦਾ। ਬਾਬਾ ਰਾਮ ਰਾਏ ਜੀ ਸੰਗਤ 'ਚ ਬਹਿ ਕੇ ਨਿਤਨੇਮ ਵੀ ਸੁਣਦੇ, ਕੀਰਤਨ ਵੀ ਸੁਣਦੇ, ਤੇ ਨਾਲ ਬਾਬਾ ਜੀ ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਕੇ ਰੋਜ਼ ਕੋਈ ਨਾ ਕੋਈ ਕੌਤਕ ਵੀ ਨਵੇਂ ਤੋਂ ਨਵਾਂ ਦਿਖਾਉਂਦੇ ਸਨ। ਸੋ ਦਿੱਲੀ ਸ਼ਹਿਰ ਦੇ ਵਿੱਚ ਆਲੇ ਦੁਆਲੇ ਬਾਬਾ ਜੀ ਦਾ ਜਸ ਬੜਾ ਜ਼ਿਆਦਾ ਪਸਰ ਗਿਆ। ਕਰਿਓ ਬਿਤਾਵਨ ਕੋ ਜਬੈ। ਕਹਿੰਦੇ ਬਾਬਾ ਜੀ ਨੇ ਬਹੁਤ ਸਮਾਂ ਦਿੱਲੀ 'ਚ ਬਤੀਤ ਕੀਤਾ ਹੈ, ਬਹੁਤ ਸਮਾਂ ਦਿੱਲੀ 'ਚ ਰਹੇ ਹਨ ਬਾਬਾ ਰਾਮ ਰਾਏ ਜੀ। ਮਰੀ ਪਰੀ ਇੱਕ ਕਾਲ। ਤੇ ਫਿਰ ਸ਼ਹਿਰ ਵਿੱਚ ਸਾਧ ਸੰਗਤ ਜੀ ਹੈਜੇ ਦੀ ਬਿਮਾਰੀ ਫੈਲ ਗਈ, ਮਰੀ ਪੈ ਗਈ। ਮਰੀ ਦਾ ਮਤਲਬ ਹੁੰਦਾ ਜਿਵੇਂ ਆ ਪਿੱਛੇ ਜੀ ਹੁਣ ਕਰੋਨੇ ਨੇ ਬੜੇ ਲੋਕਾਂ ਦੀ ਜਾਨ ਲਈ ਹੈ, ਇਹਨੂੰ ਵਬਾ ਵੀ ਕਹਿ ਦਿੰਦੇ ਨੇ, ਮਰੀ ਵੀ ਕਹਿ ਦਿੰਦੇ ਨੇ, ਵੀ ਕੋਈ ਬਿਮਾਰੀ ਮਹਾਂਮਾਰੀ ਫੈਲ ਜਾਣੀ। ਜਿਵੇਂ ਸਾਧ ਸੰਗਤ ਜੀ 1903 ਦੇ ਵਿੱਚ ਪਲੇਗ ਫੈਲੀ ਸੀ,
ਕਿ ਉਸ ਤੋਂ ਬਾਅਦ ਵੀ ਕਈ ਵਾਰੀ ਫੈਲੀ ਹੈ। ਹਜ਼ਾਰਾਂ ਲੋਕ, ਲੱਖਾਂ ਲੋਕ ਪਲੇਗ ਨਾਲ ਹੀ ਮਰ ਜਾਂਦੇ। ਬਾਬਾ ਅਮਿਤ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਸ਼, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮਾਤਾ ਸਾਹਿਬ ਦੇਵਾਂ ਜੀ ਦੇ ਅਸਥਾਨ ਦੀ ਸੇਵਾ ਸ਼ੁਰੂ ਤੋਂ ਲੈ ਕੇ ਕਰਾਈ ਹੈ, ਉਹਨਾਂ ਮਹਾਂਪੁਰਸ਼ਾਂ ਦਾ ਸਾਰਾ ਪਰਿਵਾਰ ਹੀ ਪਲੇਗ ਦੇ ਰੋਗ ਕਰਕੇ ਚੜ੍ਹਾਈ ਕਰ ਗਿਆ ਸੀ, ਇਕੱਲੇ ਰਹਿ ਗਏ ਸੀ। ਅਤੇ ਫਿਰ ਦਲ ਪੰਥ ਵਿੱਚ ਆ ਕੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਮਹਾਂਪੁਰਸ਼ ਬ੍ਰਹਮ ਗਿਆਨੀ ਬਣ ਗਏ ਔਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪੂਜਨੀਕ ਮਾਤਾ ਜੀ ਦੇ ਅਸਥਾਨ ਦੀ ਸੇਵਾ ਸਾਰਾ ਜੀਵਨ ਉੱਥੇ ਲਾ ਦਿੱਤਾ। ਸੋ ਇਸ ਤਰ੍ਹਾਂ ਜਿਹੜੇ ਰੋਗ ਫੈਲਦੇ ਹਨ, ਉਹਦੇ ਨਾਲ ਕਈ ਵਾਰੀ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ। ਦਿੱਲੀ 'ਚ ਹੈਜੇ ਦੀ ਬਿਮਾਰੀ ਫੈਲੀ, ਫਿਰ ਚੇਚਕ ਦੀ ਫੈਲੀ। ਜਦੋਂ ਹੈਜੇ ਦੀ ਬਿਮਾਰੀ ਫੈਲੀ ਤਾਂ ਬਾਬਾ ਰਾਮ ਰਾਏ ਜੀ ਦਿੱਲੀ ਸਨ। ਜਦੋਂ ਚੇਚਕ ਦੀ ਫੈਲੀ ਉਦੋਂ 8ਵੇਂ ਪਾਤਸ਼ਾਹ ਦਿੱਲੀ ਸਨ। ਸੋ ਇਹ ਕਥਾ ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸੋ ਇੱਥੇ ਅਗਲੇ ਪ੍ਰਕਰਣ ਵਿੱਚ ਹੈਜੇ ਦੀ ਬਿਮਾਰੀ ਕਿਵੇਂ ਹਟਾਈ ਸੀ ਅਤੇ ਬੱਦਲਾਂ ਦੀ ਛਾਂ ਕਿਵੇਂ ਕੀਤੀ ਸੀ, ਉਹ ਕਥਾ ਆਪਾਂ ਸਰਵਣ ਕਰਾਂਗੇ ਜੀ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ